ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਤੇ ਇੰਡੀਆ ਨਿਊਜ਼ ਦੀ ਸਪੈਸ਼ਲ ਸਿਟੀ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਜਿਹੜਾ ਮੁੱਦਾ ਹੈ ਅਧਿਆਪਕਾਂ ਦੇ ਰਿਗਾਰਡਿੰਗ ਹੈ, ਕਿਉਂਕਿ ਅਲੱਗ-ਅਲੱਗ ਅਧਿਆਪਕਾਂ ਯੂਨੀਅਨਾਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਅਧੀਨ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਜੇ ਗੱਲ ਕਰੀਏ ਟੀਪੀਪੀ ਸਿਲੈਕਟਡ ਅਧਿਆਪਕ ਯੂਨੀਅਨ ਦੀ ਤਾਂ ਉਹਨਾਂ ਵੱਲੋਂ ਵੀ ਰੈਗੂਲਰ ਭਰਤੀ ਦੀ ਮੰਗ ਕੀਤੀ ਜਾ ਰਹੀ ਹੈ, ਨਿਯੁਕਤੀ ਪੱਤਰ ਦੀ ਮੰਗ ਕੀਤੀ ਜਾ ਰਹੀ ਹੈ ਸਿਲੈਕਟ ਹੋਏ ਅਧਿਆਪਕਾਂ ਵੱਲੋਂ। ਤੇ ਦੂਜੇ ਪਾਸੇ ਕੰਪਿਊਟਰ ਅਧਿਆਪਕ ਯੂਨੀਅਨ ਸਾਡੇ ਨਾਲ ਜਿਹੜੇ ਬੁਲਾ ਰਹੇ ਨੇ ਹਨੀ ਗਰਗ ਪ੍ਰੈਜ਼ੀਡੈਂਟ ਸਾਡੇ ਨਾਲ ਜੁੜਿਆ ਹੈ। ਹਨੀ ਗਰਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ। ਤੇ ਦੂਜੇ ਪਾਸੇ ਵੋਕੇਸ਼ਨਲ ਅਧਿਆਪਕ ਯੂਨੀਅਨ ਦੇ ਸਾਹਿਬ ਸਿੰਘ ਸਿੱਧੂ ਜੀ ਸਾਡੇ ਨਾਲ ਜੁੜੇ ਹੋਏ ਹਨ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਕਾਂਗਰਸ ਪਾਰਟੀ NSUI ਦੇ ਪੰਜਾਬ ਦੇ ਪ੍ਰਦੇਸ਼ ਦੇ ਉਪ ਅਧਿਕਸ਼ ਅਭਿਨਵ ਕੋਹਲੀ ਜੀ ਜੁੜੇ ਹੈ। ਅਭਿਨਵ ਕੋਹਲੀ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਪਟਿਆਲਾ ਯੂਥ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਜੁੜੇ। ਅਵਤਾਰ ਹੈਪੀ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੇ ਆਮ ਆਦਮੀ ਪਾਰਟੀ ਦੇ ਐਕਸ-ਐਮਪਲਾਈਜ਼ ਵਿੰਗ ਦੇ ਸਟੇਟ ਸੈਕਟਰੀ ਜੇਪੀ ਸਿੰਘ ਜੀ ਜੁੜੇ ਹੈ। ਜੇਪੀ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਡਿਬੇਟ ਨੂੰ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਜਿਹੜਾ ਮੇਰਾ ਸਵਾਲ ਹੈ ਕੰਪਿਊਟਰ ਅਧਿਆਪਕ ਯੂਨੀਅਨ ਦੇ ਹਨੀ ਗਰਗ ਜੀ, ਅੱਗੇ ਕੀ ਕੁਛ ਰਣਨੀਤੀ ਹੈ? ਕੱਲ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ, ਸਮਾਂ ਮਿਲਿਆ, ਟਾਈਮ ਮਿਲਿਆ ਗਿਆ ਹੈ ਤੁਹਾਨੂੰ, ਮਤਲਬ ਕਿਤੇ ਨਾ ਕਿਤੇ ਮੀਟਿੰਗ ਦਾ ਕੀ ਅਧਿਆਪਕ ਮੰਨਦੇ ਨੇ ਜਿਹੜੀ ਉਹਨਾਂ ਦੀ ਮੰਗਾਂ ਉਹਦਾ ਹੱਲ ਹੋ ਪਾਊਗਾ? ਸਰ, ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪਹਿਲਾਂ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ, ਪਰ ਹਜੇ ਤੱਕ ਕੋਈ ਹੱਲ ਹੀ ਨਹੀਂ ਨਿਕਲ ਰਿਹਾ। ਜਦੋਂ ਕਿ ਕੰਪਿਊਟਰ ਅਧਿਆਪਕ 2005 ਤੋਂ ਲਗਾਤਾਰ ਕੰਮ ਕਰ ਰਹੇ ਨੇ। 2011 ਚ ਸਰਕਾਰ ਨੇ ਮਾਨਯੋਗ ਰਾਜਪਾਲ ਜੀ ਦਾ ਨੋਟੀਫਿਕੇਸ਼ਨ ਆ ਕੇ ਸਾਨੂੰ ਰੈਗੂਲਰ ਕੀਤਾ, ਪਰ ਜਿਹੜੇ ਨਿਯੁਕਤੀ ਪੱਤਰ ਚ ਸਾਨੂੰ ਬੈਨੀਫਿਟ ਲਿਖ ਕੇ ਦਿੱਤੇ ਉਹ 10 ਸਾਲ ਹੋਣ ਤੋਂ ਮਗਰੋਂ ਵੀ ਇਹ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਪਿਛਲੀ ਜਿਹੜੀ ਸਰਕਾਰ ਅਕਾਲੀ ਸਰਕਾਰ ਨੇ ਵੀ ਆਪਣਾ ਟਾਈਮ ਲਗਾਇਆ ਤੇ ਹੁਣ ਜਿਹੜੀ ਕਾਂਗਰਸ ਸਰਕਾਰ ਦੇ 2-3 ਮਹੀਨੇ ਰਹਿ ਗਏ ਉਹ ਵੀ ਆਪਣਾ ਟਾਈਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਡੀ ਜਿਹੜੀ ਪਿਛਲੀ 3 ਅਗਸਤ ਨੂੰ ਸਾਡੀ ਮੀਟਿੰਗ ਮਾਨਯੋਗ ਚੀਫ ਪ੍ਰਿੰਸੀਪਲ ਸੈਕਟਰੀ ਸ੍ਰੀ ਸੁਰੇਸ਼ ਕੁਮਾਰ ਜੀ ਨਾਲ ਹੋਈ, ਉੱਥੇ ਉਹਨਾਂ ਨੇ ਆਪ ਮੰਨਿਆ ਕਿ ਜਿਹੜੇ ਨੋਟੀਫਿਕੇਸ਼ਨ ਸਰਕਾਰ ਮੁਲਾਜ਼ਮਾਂ ਨੂੰ ਲਿਖ ਕੇ ਦੇ ਦਿੰਦੀ ਹੈ ਉਹ ਤੋਂ ਅਸੀਂ ਭੱਜ ਕੇ ਜਾ ਨਹੀਂ ਸਕਦੇ। ਇਹ ਮੰਗਾਂ ਇਹਨਾਂ ਦੀਆਂ ਪੂਰੀਆਂ ਕਰਨੀਆਂ ਬਣਦੀਆਂ, ਪਰ 1 ਮਹੀਨਾ ਹੋ ਗਿਆ, ਜਿਹੜੀਆਂ ਫਾਈਲਾਂ ਅੱਜ ਵੀ ਪ੍ਰੋਸੈਸ ਦੇ ਵਿੱਚ ਨੇ। ਤੇ ਮੈਨੂੰ ਲੱਗਦਾ ਹੈ ਵੀ ਪੰਜਾਬ ਸਰਕਾਰ ਦੇ ਅੰਡਰ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਨੇ ਉਹ ਸਰਕਾਰ ਦੇ ਕੰਮਾਂ ਤੋਂ ਨਾਖੁਸ਼ ਨੇ ਤੇ ਉਹਨਾਂ ਨੂੰ ਇਹ ਲੱਗਦਾ ਨਹੀਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ। ਕੀ ਲੱਗਦਾ ਹਨੀ ਗਰਗ ਜੀ, ਰੈਗੂਲਰ ਤਾਂ ਤੁਸੀਂ ਹੋ ਲੇਕਿਨ ਕਿਤੇ ਨਾ ਕਿਤੇ ਸੁਸਾਇਟੀ ਦੇ ਅਧੀਨ ਹੋ, ਸੁਸਾਇਟੀ ਦੇ ਅਧੀਨ ਤੁਹਾਨੂੰ ਰੈਗੂਲਰ ਕੀਤਾ ਗਿਆ, ਜਿਹੜੀ ਤੁਹਾਡੀ ਡਿਮਾਂਡ ਹੈ ਸਿੱਖਿਆ ਵਿਭਾਗ ਦੇ ਅਧੀਨ ਕਰਨ ਦੀ ਡਿਮਾਂਡ ਨੂੰ ਲੈ ਕੇ ਕੱਲ ਵੀ ਤੁਸੀਂ ਰੋਸ ਪ੍ਰਦਰਸ਼ਨ ਕਰਿਆ, ਹੁਣ ਮੀਟਿੰਗ ਤੁਹਾਨੂੰ ਮਿਲੀ ਹੈ, ਲੱਗਦਾ ਉਹ ਮੀਟਿੰਗ ਤੇ ਹੱਲ ਹੋ ਪਾਊਗਾ? ਅਸੀਂ ਹਰ ਵਾਰ ਇਹੀ ਉਮੀਦ ਲੈ ਕੇ ਜਾਂਦੇ ਹਾਂ ਕਿ ਸਰਕਾਰ ਜਿਹੜੀਆਂ ਕੰਪਿਊਟਰ ਅਧਿਆਪਕਾਂ ਦੀ ਹੱਕੀ ਮੰਗਾਂ ਦੀ ਜਿਹੜੀਆਂ ਉਹ ਪੂਰੀਆਂ ਕਰੂਗੀ, ਪਰ ਹਰ ਵਾਰ ਲਾਰੇ ਮਿਲਦੇ ਨੇ। ਮੈਂ ਤੁਹਾਨੂੰ ਇਹ ਨੋਟੀਫਿਕੇਸ਼ਨ ਦਿਖਾਉਣਾ ਚਾਹਾਂਗਾ ਕਿ ਸਰਕਾਰ ਨੇ ਨੋਟੀਫਿਕੇਸ਼ਨ ਲਿਖ ਕੇ ਦਿੱਤਾ ਹੈ ਜਿੱਥੇ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਨੇ। ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ, ਉਸ ਤੋਂ ਬਾਅਦ ਇਹ ਰਾਜਪਾਲ ਜੀ ਦਾ ਨੋਟੀਫਿਕੇਸ਼ਨ ਹੈ। ਰਾਜਪਾਲ ਜੀ ਦਾ ਨੋਟੀਫਿਕੇਸ਼ਨ ਹੈ ਜਿੱਥੇ ਉਹਨਾਂ ਨੇ ਇਹ ਲਿਖ ਕੇ ਦਿੱਤਾ ਵੀ ਕੰਪਿਊਟਰ ਅਧਿਆਪਕਾਂ ਨੂੰ ਸਾਰੀਆਂ ਜਿਹੜੀਆਂ ਸਹੂਲਤਾਂ ਉਹ ਪੰਜਾਬ ਦੇ ਬਾਕੀ ਮੁਲਾਜ਼ਮਾਂ ਤੋਂ ਮਿਲਣਗੀਆਂ, ਕਿਉਂਕਿ ਜਿਹੜੀ ਸੁਸਾਇਟੀ ਹੈ ਉਹ 100% ਜਿਹੜੀ ਫੰਡਿੰਗ ਹੈ ਉਹ ਪੰਜਾਬ ਸਰਕਾਰ ਦੀ ਹੈ। ਪੰਜਾਬ ਵਾਧੂ ਬੋਝ ਸਰਕਾਰ ਤੇ ਕੋਈ ਨਹੀਂ ਹੈਗਾ। ਜੇ ਸਰਕਾਰ ਸਾਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਦੀ ਹੈ ਤਾਂ ਸਰਕਾਰ ਦੇ ਵਾਧੂ ਬੋਝ ਕੋਈ ਵੀ ਨਹੀਂ ਪਵੇਗਾ। NSUI ਦੇ ਪ੍ਰਦੇਸ਼ ਦੇ ਉਪ ਅਧਿਕਸ਼ ਅਭਿਨਵ ਕੋਹਲੀ ਜੁੜੇ ਹੈ। ਅਭਿਨਵ ਕੋਹਲੀ ਜੀ, ਕੀ ਲੱਗਦਾ ਹੈ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਲੱਗਦਾ ਹੈ ਉਹ ਵਾਅਦੇ ਪੂਰੇ ਹੋਏ? ਕਿਉਂਕਿ ਆਪਾਂ ਰੋਜ਼ਾਨਾ ਹੀ ਦੇਖਦੇ ਹਾਂ ਅਭਿਨਵ ਕੋਹਲੀ ਜੀ, ਜਿਹੜੇ ਬੇਰੋਜ਼ਗਾਰ ਅਧਿਆਪਕ ਹੈ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹੈ। ਕੱਲ ਵੀ ਜਿਹੜੇ ਅਧਿਆਪਕਾਂ ਦੇ ਵੱਲੋਂ ਗਲੇ 'ਚ ਟਾਇਰ ਪਾ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਕਈ ਅਧਿਆਪਕ ਯੂਨੀਅਨਾਂ ਵੱਲੋਂ ਪਟਿਆਲਾ ਬੱਸ ਸਟੈਂਡ ਬਲੌਕ ਕੀਤਾ ਗਿਆ ਸੀ, ਕੰਪਿਊਟਰ ਅਧਿਆਪਕ ਯੂਨੀਅਨ ਸਵੇਰ ਦੀ ਲੱਗੀ ਸੀ ਤੇ ਬੱਸ ਸਟੈਂਡ ਦਾ ਵੀ ਜਿਹੜਾ ਬਲੌਕ ਕੀਤਾ ਸੀ। अविनाश जी, एक बार अपना क्वेश्चन रिपीट कर दो प्लीज।
ਅਭਿਨਵ ਕੋਹਲੀ ਜੀ, ਮੇਰਾ ਸਵਾਲ ਇਹ ਹੈ, ਅਧਿਆਪਕਾਂ ਨਾਲ ਸਰਕਾਰ ਦੇ ਨੁਮਾਇੰਦੇ ਮੀਟਿੰਗ ਕਰਦੇ, ਕੀ ਲੱਗਦਾ ਉਹ ਮੀਟਿੰਗਾਂ 'ਚ ਕੀ ਆਸ਼ਵਾਸਨ ਨਹੀਂ ਦੇ ਪਾਏ ਜਾਂ ਉਹਨਾਂ ਨੂੰ ਹੱਲ ਨਹੀਂ ਕਰ ਪਾਏ, ਜਿਹਦੇ ਕਾਰਨ ਦੁਬਾਰਾ ਜਿਹੜੇ ਅਧਿਆਪਕ ਹੈ ਉਹ ਸੜਕਾਂ ਤੇ ਉਤਰਦੇ ਆ, ਰੋਸ ਪ੍ਰਦਰਸ਼ਨ ਕਰਨੇ ਆ? ਜੀ ਜੀ ਬਿਲਕੁਲ ਅਵਿਨਾਸ਼ ਜੀ, ਦੇਖੋ ਇਹ ਸਰਕਾਰ ਦਾ ਬਿਲਕੁਲ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਟੀਚਰ ਭਰਾਵਾਂ ਦੀਆਂ ਮੰਗਾਂ ਨੇ। ਪਰ ਅਵਿਨਾਸ਼ ਜੀ ਕਿਤੇ ਨਾ ਕਿਤੇ ਇੱਕ ਸਰਕਾਰ ਦੇ ਅੱਗੇ ਵੀ ਜਾ ਕੇ ਕਿਤੇ ਨਾ ਕਿਤੇ ਕੋਈ ਹਡਲ ਖੜੀ ਹੋ ਜਾਂਦੇ ਨੇ। ਜਿਵੇਂ ਕਹਿ ਰਹੇ ਨੇ ਇਹਨਾਂ ਕੋਲ ਸਰਕਾਰ ਦਾ ਨੋਟੀਫਿਕੇਸ਼ਨ ਹੈਗਾ ਸਰ, ਉਹ ਇਹ ਕੋਆਪਰੇਟਿਵਸ ਦੇ ਅੰਡਰ ਰੈਗੂਲਰਾਈਜ਼ ਹੋਏ ਹੈ। ਇਹ ਇਹਨਾਂ ਦੀ ਮੰਗ ਹੈਗੀ ਹੈ ਕਿ ਸਿੱਖਿਆ ਵਿਭਾਗ ਦੇ ਅੰਡਰ ਇਹ ਰੈਗੂਲਰਾਈਜ਼ ਹੋ ਜਾਣ। ਪਰ ਮੈਂ ਇੱਕ ਗੱਲ ਦੱਸਣਾ ਚਾਹੂੰਗਾ ਕਿ ਬਿਹਾਰ ਦੇ ਵਿੱਚ ਵੀ ਟੀਚਰ ਯੂਨੀਅਨ ਦਾ ਪਿਛਲੇ ਤਕਰੀਬਨ 4 ਸਾਲ ਤੋਂ ਧਰਨਾ ਚੱਲ ਰਿਹਾ ਸੀਗਾ। ਨਿਤਿਸ਼ ਕੁਮਾਰ ਸੀਐਮ ਸੀਗੇ ਤੇ ਉੱਥੇ ਵੀ ਸੇਮ ਜਿਹੜੀ ਟੀਚਰ ਯੂਨੀਅਨ ਦੀ ਮੰਗ ਹੈ ਉਹ ਚੱਲ ਰਹੀ ਸੀਗੀ। ਉੱਥੇ ਦੀ ਸਟੇਟ ਦੀ ਸਰਕਾਰ ਨੇ ਇਹ ਹਵਾਲਾ ਦਿੱਤਾ ਸੀਗਾ ਕਿ ਜਿਹੜੀ ਰਾਜ ਦੀ ਸਰਕਾਰ ਹੁੰਦੀ ਹੈ ਉਹਦੇ ਅੱਗੇ ਜਿਹੜੀ ਕੋਰਟ ਦੀ ਗਾਈਡਲਾਈਨਸ ਹੈ ਰੈਗੂਲਰਾਈਜ਼ ਕਰਨ ਦੀ, ਉਹਦੇ ਵਿੱਚ ਮੈਂਸ਼ਨ ਹੈਗਾ ਕਿ ਤੁਸੀਂ ਰਿਕਰੂਟਮੈਂਟ ਪਾਲਿਸੀ ਨੂੰ, ਜਿਵੇਂ ਇਹ ਕਹਿ ਰਹੇ ਕਿ ਸਿੱਖਿਆ ਵਿਭਾਗ ਦੇ ਅੰਡਰ ਲੈ ਲਓ, ਉਹ ਰਿਕਰੂਟਮੈਂਟ ਪਾਲਿਸੀ ਦੇ ਅੰਡਰ ਆਏਗੀ ਚੀਜ਼, ਉਹ ਨਵੀਂ ਭਰਤੀ ਗਿਣੀ ਜਾਊਗੀ। ਸੋ ਉਹ ਸੇਮ ਚੀਜ਼ ਬਿਹਾਰ ਦੇ ਵਿੱਚ ਵੀ ਚੱਲੀ ਹੈ ਤੇ ਸੇਮ ਹੀ ਪੰਜਾਬ ਦੇ ਵਿੱਚ ਚੱਲਦੀ ਹੈ। ਤੇ ਮੈਂ ਸਮਝਦਾ ਕਿ ਇਹਦਾ ਜਿਹੜਾ ਵਿੱਚ ਦਾ ਹੱਲ ਹੈ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਕੱਢਣ ਚ ਲੱਗੀ ਹੋਈ ਹੈ ਤੇ ਉਹਦੇ ਵਿੱਚ ਮੈਂ ਸਮਝਦਾ ਵੀ ਦੇਰ ਜ਼ਰੂਰ ਹੋਈ ਹੈ, ਪਰ ਇਹ ਨਾ ਸੋਚਿਆ ਜਾਵੇ ਵੀ ਸਰਕਾਰ ਜਿਵੇਂ ਇਹਨਾਂ ਨੇ ਕਿਹਾ ਵੀ ਆਪਣੀ ਟਰਮ ਲੰਘਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਦੇ ਵਿੱਚ ਸਰਕਾਰ ਜ਼ਿੰਮੇਵਾਰ ਹੈ ਪੂਰੀ, ਤੇ ਜ਼ਿੰਮੇਵਾਰੀ ਨਾਲ ਆਪਦੀ ਜਿਹੜੀ ਹੈ ਜਿਹੜੇ ਵਾਅਦੇ ਪੂਰੇ ਕਰਕੇ ਜਾਊਗੀ। ਚਲੋ, ਜੇਪੀ ਸਿੰਘ ਜੀ ਜੁੜੇ ਹੋਏ ਆ ਆਮ ਆਦਮੀ ਪਾਰਟੀ ਦੇ ਐਕਸ ਸਪਲਾਈ ਦੇ ਸਟੇਟ ਸੈਕਟਰੀ। ਜੇਪੀ ਸਿੰਘ ਜੀ, ਤੁਸੀਂ ਤਾਂ ਸਿੱਖਿਆ ਵਿਭਾਗ ਦੇ ਅਧੀਨ ਕੰਮ ਕਰ ਚੁੱਕੇ ਹੋ, ਕੀ ਲੱਗਦਾ ਹੈ ਜਿਹੜੀ ਅਧਿਆਪਕ ਮੰਗ ਕਰ ਰਹੇ ਹੈ, ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਲੇਕਿਨ ਇਹਨਾਂ ਦੀ ਮੰਗਾਂ ਉਹ ਸਰਕਾਰ ਧਿਆਨ ਨਹੀਂ ਦੇ ਰਹੀ? ਜਿੱਥੋਂ ਤੱਕ ਤਾਂ ਸਭ ਤੋਂ ਪਹਿਲਾਂ ਆਪਾਂ ਕੰਪਿਊਟਰ ਟੀਚਰਸ ਦੀ ਹੀ ਗੱਲ ਕਰ ਲੈਂਦੇ ਆ। ਜਿਹੜੀ ਤਰਕ ਦਿੱਤੀ ਜਾ ਰਹੀ ਆ ਉਹ ਤਰਕ ਠੀਕ ਨਹੀਂ ਹੈਗੀ। ਕੰਪਿਊਟਰ ਟੀਚਰਸ ਆਈਸੀਟੀ ਸੁਸਾਇਟੀ ਤਹਿਤ ਭਰਤੀ ਕੀਤੇ ਗਏ ਸੀ ਜ਼ਰੂਰ, ਲੇਕਿਨ ਉਸ ਤੋਂ ਬਾਅਦ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਉਹਨਾਂ ਨੂੰ ਰੈਗੂਲਰਾਈਜ਼ ਉਹਨਾਂ ਦੀਆਂ ਸਰਵਿਸਿਜ਼ ਕਰ ਦਿੱਤੀਆਂ। ਇਸ਼ੂ ਇਹ ਆਉਂਦਾ ਹੈਗਾ ਵੀ ਉਹ ਤਨਖਾਹ ਕਿੱਥੋਂ ਲੈ ਰਹੇ ਨੇ? ਉਹ ਤਨਖਾਹ ਪੰਜਾਬ ਸਰਕਾਰ ਦੀ ਲੈ ਰਹੇ ਨੇ। ਉਹਨਾਂ ਦੀਆਂ ਸਰਵਿਸਿਜ਼ ਰੈਗੂਲਰਾਈਜ਼ ਕਰਨ ਵਾਸਤੇ ਵੀ ਕੋਈ ਐਸੀ ਅੜਚਨ ਹੈ ਨਹੀਂ ਉਹ, ਕਿਉਂਕਿ ਲਗਭਗ ਬੈਨੀਫਿਟ ਸਰਕਾਰ ਵਾਲੇ ਲੈ ਰਹੇ ਨੇ। ਥੋੜੇ ਕੋਈ ਮੈਡੀਕਲ ਲੀਵ ਜਾਂ ਕੋਈ ਰੀਇੰਬਰਸਮੈਂਟ ਕੋਈ ਇਸ ਤਰ੍ਹਾਂ ਦੇ ਕੁਝ ਰਹਿ ਗਈਆਂ ਨੇ ਗੱਲਾਂ। ਉਹਨਾਂ ਦੀ ਜਿਹੜੀ ਮੰਗ ਹੈਗੀ ਆ ਬਿਲਕੁਲ ਜੈਨੂਇਨ ਮੰਗ ਹੈਗੀ ਹੈ। ਸਰਕਾਰ ਨੂੰ ਉਹਨਾਂ ਨੂੰ ਰੈਗੂਲਰ ਕਰ ਦੇਣਾ ਚਾਹੀਦਾ। ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਤਨਖਾਹ ਲੈ ਲੈਣ। ਉਹ ਇਹਦੇ ਨਾਲ ਫਰਕ ਹੀ ਪੈਂਦਾ ਹੈਗਾ ਜਦੋਂ ਤਨਖਾਹ ਹੈ ਹੀ ਉਹ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ। ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਮਿਡਲ ਤੇ ਹਾਈ ਸਕੂਲਾਂ ਦੇ ਵਿੱਚੋਂ ਬਕਾਇਦਾ ਉਹ ਸਰਵਿਸ ਕਰ ਰਹੇ ਨੇ, ਉਹ ਰੈਗੂਲਰ ਪੀਰੀਅਡ ਲੈ ਰਹੇ ਨੇ। ਇੱਕ ਸਬਜੈਕਟ ਜਿਹੜਾ ਹੈਗਾ ਕੰਪਿਊਟਰ ਦਾ ਉਹ ਸਬਜੈਕਟ ਪੜ੍ਹਾ ਰਹੇ ਨੇ। ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਹੈਗਾ ਕੋਈ ਉਹਦੇ 'ਚ ਕੋਈ ਫਰਕ ਹੈਗਾ ਵੀ ਉਹਨਾਂ ਨੂੰ ਐ ਨਹੀਂ ਕਰਨਾ। ਮੁਲਾਜ਼ਮ ਉਹ ਕਿਹਦੇ ਨੇ ਜੀ? ਕਿਉਂ ਨਹੀਂ ਉਹਨਾਂ ਨੂੰ ਰੈਗੂਲਰ ਕਰਨਾ? ਕੋਈ ਤਰਕ ਵੀ ਤਾਂ ਹੋਣਾ ਚਾਹੀਦਾ ਹੈ ਕਿ ਨਹੀਂ? ਆਪਾਂ ਬਿਹਾਰ ਦੀ ਐਗਜ਼ਾਮਪਲ ਦੇ ਕੇ ਇਹ ਤਰਕ ਨੂੰ ਠੀਕ ਨਹੀਂ ਸਿੱਧ ਕਰ ਸਕਦੇ। ਇਹਦੇ ਨਾਲ ਚਲੋ ਛੱਡੋ, ਇਹਦੇ ਨਾਲ ਤੁਸੀਂ ਜਿਹੜੇ ਸਿਲੈਕਟ ਕੀਤੇ ਨੇ 2364 ETT ਅਧਿਆਪਕ, ਉਹ ਤਾਂ ਸਿਲੈਕਟ ਕੀਤੇ ਹੋਏ ਨੇ ਜੀ। ਉਹਨਾਂ ਨੇ ETT ਦੇ ਨਾਲ ਟੈਟ ਪਾਸ ਕੀਤਾ ਹੋਇਆ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਐਡਵਰਟਾਈਜ਼ਮੈਂਟ ਆਈ, ਐਡਵਰਟਾਈਜ਼ਮੈਂਟ ਦੇ ਵਿੱਚ ਉਸ ਤੋਂ ਬਾਅਦ ਰਿਟਨ ਟੈਸਟ ਲਿਆ ਗਿਆ। ਨਵੰਬਰ ਦੇ ਵਿੱਚ ਸਾਰੀਆਂ ਫਾਰਮੈਲਿਟੀਜ਼ ਕਲੀਅਰ ਹੋ ਗਈਆਂ। ਨਵੰਬਰ ਦੇ ਵਿੱਚ ਨਹੀਂ ਦਿੰਦੇ ਤਾਂ ਦਸੰਬਰ ਦੇ ਵਿੱਚ ਉਹਨਾਂ ਨੂੰ ਇਹ ਆਪਣਾ ਅਪਾਇੰਟਮੈਂਟ ਲੈਟਰ ਜਾਰੀ ਕਰ ਦਿੰਦੇ। ਉਹ ਸੜਕਾਂ ਤੇ ਬੈਠੇ ਨੇ। ਦੂਸਰੇ ਉਹਨਾਂ ਦੇ ਵਿੱਚੋਂ ਹੀ ਸਟੇ ਲਈ ਗਈ ਹੈ ਕੋਰਟ ਚੋਂ, ਉਹਨਾਂ ਦੇ ਵਿੱਚੋਂ ਹੀ ਸਟੇ ਲਈ ਗਈ ਹੈ ਕੋਰਟ। ਨਹੀਂ, ਉਹ ਮੈਂ ਨਹੀਂ, ਇਸ ਤਰ੍ਹਾਂ ਨਹੀਂ ਗੱਲ ਹੁੰਦੀ। ਦੇਖੋ ਅਭਿਨਵ ਜੀ, ਕੋਰਟ ਕਿਸੇ ਵੀ ਤਰੀਕੇ ਉਹਨਾਂ ਦੇ ਨਾਲ ਜਿਹੜਾ ਹੈ 18 ਅਧਿਆਪਕਾਂ ਨੇ ਜਿਨ੍ਹਾਂ ਨੇ ਜਿਹੜਾ ਕੋਰਟ ਕੇਸ ਕੀਤਾ ਹੋਇਆ, ਉਹ 18 ਪੋਸਟਾਂ ਉਹਨਾਂ ਲਈ ਰਿਜ਼ਰਵ ਕੀਤੀਆਂ ਜਾ ਸਕਦੀਆਂ ਨੇ। ਉਹਨਾਂ ਨੇ ਇਹ ਨਹੀਂ ਪਾਲਿਸੀ ਨੂੰ ਚੈਲੰਜ ਨਹੀਂ ਕੀਤਾ। ਉਹਨਾਂ 18 ਅਧਿਆਪਕਾਂ ਨੇ ਉਹਨਾਂ ਨੇ ਆਪਣੀ ਕੁਆਲੀਫਿਕੇਸ਼ਨ ਨੂੰ ਲੈ ਕੇ ਵੀ ਅਸੀਂ ਵੀ ਇਹਦੇ ਵਾਸਤੇ ਐਲੀਜੀਬਲ ਹਾਂ। ਉਹ ਤਾਂ ਕੇਸ ਹੀ ਹੋਰ ਤਰ੍ਹਾਂ ਦਾ ਹੈਗਾ। 18 ਪੋਸਟਾਂ ਰਿਜ਼ਰਵ ਕਰ ਦਿੱਤੀਆਂ ਜਾਂ ਜਿਹੜੇ ਸਿਲੈਕਟਡ ਅਧਿਆਪਕ ਹੈ, ਜਾਂ ਹਾਂ ਇੱਕ ਗੱਲ ਹੈਗੀ ਹੈ ਜਾਂ ਕੋਰਟ ਨੇ ਸਟੇ ਕੀਤਾ ਹੋਵੇ। ਕੇਸ ਚੱਲਣ ਦਾ ਇਹ ਮਤਲਬ ਨਹੀਂ ਹੁੰਦਾ ਵੀ ਪ੍ਰੋਸੈਸ ਨੂੰ ਰੋਕਣਾ। ਮੈਂ NSQF ਅਧਿਆਪਕਾਂ ਦੀ ਗੱਲ ਕਰਾਂਗਾ, ਵੋਕੇਸ਼ਨਲ ਅਧਿਆਪਕ ਨੇ। ਇਹ ਕਿੱਥੋਂ ਕਿਸ ਤਰ੍ਹਾਂ ਦੀ ਸਕੀਮ ਹੈਗੀ ਹੈ ਵੀ ਜਦੋਂ ਇੱਕ ਸੈਂਟਰ ਗਵਰਨਮੈਂਟ ਕੋਈ ਪਾਲਿਸੀ ਲੈ ਕੇ ਆਉਂਦੀ ਹੈ, ਉਸ ਪਾਲਿਸੀ ਨੂੰ ਜਦੋਂ ਇੰਪਲੀਮੈਂਟ ਕਰਨਾ ਹੁੰਦਾ ਉਹ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਆਊਟਸੋਰਸ ਕਿਹੜਾ ਕੀਤਾ ਉਹਨਾਂ ਨੂੰ, ਉਹ ਸਟੇਟ ਗਵਰਨਮੈਂਟ ਨੇ ਕੀਤਾ। ਉਸ ਨੂੰ ਬਾਅਦ ਦੇ ਵਿੱਚ ਰੈਕਟੀਫਾਈ ਕੀਤਾ ਜਾ ਸਕਦਾ ਹੈ। ਇੱਕ ਗੱਲ। ਦੂਸਰੀ ਗੱਲ,
ਇੱਕ ਬੜੀ ਮੀਗਰ ਜੀ ਤਨਖਾਹ ਦੇ ਉੱਤੇ ਤੁਸੀਂ ਉਹਨਾਂ ਨੂੰ ਰੱਖਿਆ ਹੋਇਆ ਹੈ। 15,000 ਤੋਂ ਸ਼ੁਰੂ ਲੈ ਕੇ ਉਹ ਮਸਾਂ ਹੀ ਉਹ ਕੀ ਕਰਦੇ ਨੇ, ਹਰ ਵਾਰੀ ਉਹਨਾਂ ਦਾ ਧਰਨਾ ਆ ਜਾਂਦਾ ਹੈ। ਉਸ ਤੋਂ ਬਾਅਦ ਸਾਲ ਤੋਂ ਬਾਅਦ ਉਹਨੂੰ ਇੱਕ ਛੋਟਾ ਜਿਹਾ 5% ਜਾਂ 3.5% ਦਾ ਇਨਕਰੀਮੈਂਟ ਦੇ ਦਿੰਦੇ ਨੇ। ਔਰ ਤਰਾਸਦੀ ਇਹ ਹੈਗੀ ਹੈ ਵੀ 2 ਮਹੀਨੇ ਪਹਿਲਾਂ ਉਹਨਾਂ ਦੀ ਤਨਖਾਹ 'ਚ ਕਿਸੇ ਭੱਤੇ ਦੇ ਨਾਂ ਦੇ ਉੱਤੇ ਕੱਟ ਲਾਤਾ। TDS ਉਹਨਾਂ ਦਾ ਕੱਟਿਆ ਜਾ ਰਿਹਾ ਹੈ, ਕਰੋਨਾ ਡਿਊਟੀ ਉਹਨਾਂ ਨੇ ਦਿੱਤੀ ਹੈ, ਇਲੈਕਸ਼ਨ ਡਿਊਟੀ ਉਹ ਦੇ ਰਹੇ ਨੇ, BLO ਦੀ ਡਿਊਟੀ ਉਹ ਦੇ ਰਹੇ ਨੇ, ਤੇ ਫਿਰ ਕੀ ਗੱਲ, ਉਹ ਜਿਹੜੇ ਲੇਡੀ ਅਧਿਆਪਕਾਂ ਨੇ ਉਹ ਮੈਟਰਨਿਟੀ ਲੀਵ ਲੈਣ ਦੀਆਂ ਹੱਕਦਾਰ ਨਹੀਂ ਹੈਗੀਆਂ? ਇਸ ਤਰ੍ਹਾਂ ਦਾ ਕਾਨੂੰਨ ਇਸ ਤਰ੍ਹਾਂ ਦੇ ਤਾਂ ਸਟੇਟ ਗਵਰਨਮੈਂਟ ਬੜਾ ਈਜ਼ੀਲੀ ਲਾਗੂ ਕਰ ਸਕਦੀ ਹੈ, ਜਿਹੜੀਆਂ ਚੀਜ਼ਾਂ ਉਹ ਦੇ ਸਕਦੇ ਨੇ। ਹਾਂ, ਇਹ ਜ਼ਰੂਰ ਹੈਗਾ ਵੀ ਜਦੋਂ ਉਹਨਾਂ ਨੂੰ ਰੈਗੂਲਰਾਈਜ਼ ਕਰਨਾ ਹੈਗਾ, ਉਹਨਾਂ ਨੂੰ ਇੱਕ ਪਾਲਿਸੀ ਤਹਿਤ ਲਿਆ ਕੇ ਜਿਹੜੇ ਕੁਆਲੀਫਾਈਡ ਨੇ ਉਹਦੇ ਚ ਐਲੀਜੀਬਿਲਟੀ ਕੰਡੀਸ਼ਨਸ ਹੁੰਦੀਆਂ ਨੇ। ਔਰ ਜਿੰਨੇ ਵੀ ਕੰਪਿਊਟਰ ਟੀਚਰ ਨੇ, ETT ਟੀਚਰ ਨੇ ਜਾਂ ਇਹ NSTO ਵਾਲੇ ਅਧਿਆਪਕ ਨੇ, ਵੈਲ ਕੁਆਲੀਫਾਈਡ, ਪਹਿਲੀ ਗੱਲ। ਦੂਸਰੀ ਗੱਲ, ਇਸ ਤੋਂ ਬਿਨਾਂ ਹੋਰ ਵੀ ਕੈਟਾਗਰੀਜ਼ ਹੈਗੀਆਂ ਨੇ ਜਿਹੜੀਆਂ ਸੜਕਾਂ ਤੇ ਨੇ। ਆਪਾਂ ਇੱਕ ਕੈਟਾਗਰੀ ਦੀ ਗੱਲ ਜੇ ਹੋਵੇ ਨਾ ਜੀ, ਉਹਦੇ ਵਾਸਤੇ ਕਾਫੀ ਜਸਟੀਫਿਕੇਸ਼ਨ ਦਿੱਤੀਆਂ ਜਾ ਸਕਦੀਆਂ ਨੇ ਸਰਕਾਰ ਵੱਲੋਂ, ਲੇਕਿਨ ਇਹ ਤਾਂ ਹੈ ਨਹੀਂ ਵੀ ਸਾਰਾ ਵਰਗ ਹੀ ਅਧਿਆਪਕਾਂ ਦੇ ਨਾਲ ਨਾਲ ਕਰੋਨਾ ਵਾਰੀਅਰਸ ਬੈਠੇ ਨੇ। ਤੁਸੀਂ ਦੇਖੋ ਨਾ, 3500 ਰੁਪਇਆ ਡਾਕਟਰ ਨੂੰ ਦਿੰਦੇ ਸੀ, 1000 ਰੁਪਇਆ ਨਰਸਾਂ ਦੇ ਦੂਸਰੇ ਸਟਾਫ ਨੂੰ ਦਿੰਦੇ ਸੀਗੇ। ਫਸਟ ਜਿਹੜਾ ਲਾਕਡਾਊਨ ਹੋਇਆ ਉਹਦੇ ਵਿੱਚ ਉਹਨਾਂ ਨੂੰ ਮਸਾਂ ਹੀ ਤਨਖਾਹਾਂ ਦਿੱਤੀਆਂ, ਬਾਹਰ ਕੱਢਤਾ। ਦੂਜੇ ਲਾਕਡਾਊਨ 'ਚ ਦੁਬਾਰਾ ਰੱਖ ਕੇ ਅੱਜ ਉਹ ਆਪਣੀ ਸੈਲਰੀ ਨੂੰ ਵੀ ਤਰਸ ਰਹੇ ਨੇ। ਇਹ ਖਾਸ ਕਰਕੇ ਜੇ ਸਿੱਖਿਆ ਵਿਭਾਗ ਦੀ ਗੱਲ ਕਰੀਏ, ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਪ੍ਰਧਾਨ ਪਟਿਆਲਾ ਦੇ ਬੁਲਾਰੇ ਵੀ ਜੁੜੇ ਹੋਏ ਆ, ਅਵਤਾਰ ਸਿੰਘ ਹੈਪੀ, ਆਪਾਂ ਉਹਨਾਂ ਦੀ ਵੀ ਰਾਏ ਲੈਂਦੇ ਆ। ਅਵਤਾਰ ਸਿੰਘ ਹੈਪੀ ਜੀ, ਕੀ ਲੱਗਦਾ 4.5 ਸਾਲ ਬੀਤ ਗਏ, ਹਲੇ ਵੀ ਬੇਰੁਜ਼ਗਾਰ ਜਿਹੜੇ ਹੈ, ਆਪਾਂ ਅਧਿਆਪਕਾਂ ਦੀ ਗੱਲ ਕਰੀਏ, ਰੋਜ਼ਗਾਰ ਦੀ ਮੰਗ ਨੂੰ ਲੈ ਕੇ ਜਾਂ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ। ਕੱਲ ਵੀ ਟੀਚਰ ਦਿਵਸ ਦੇ ਦਿਨ ਅਧਿਆਪਕਾਂ ਵੱਲੋਂ ਅਲੱਗ-ਅਲੱਗ ਰੋਸ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ। ਕਿਤੇ ਨਾ ਕਿਤੇ ਗਲੇ 'ਚ ਟਾਇਰ ਪਾ ਕੇ ਰੋਸ ਪ੍ਰਦਰਸ਼ਨ ਕੀਤਾ, ਦੂਜੇ ਪਾਸੇ ਅਧਿਆਪਕਾਂ ਵੱਲੋਂ ਬੱਸ ਸਟੈਂਡ ਬਲੌਕ ਕਰਕੇ ਰੋਸ ਪ੍ਰਦਰਸ਼ਨ ਕੀਤਾ। ਕੀ ਲੱਗਦਾ ਸਰਕਾਰ ਦੇ 4.5 ਸਾਲ ਬੀਤ ਗਏ, ਲੇਕਿਨ ਜਿਹੜੇ ਵਾਅਦੇ ਹੈ ਵਾਅਦਿਆਂ ਦੀ ਸਰਕਾਰ ਅੱਜ ਵੀ ਖਰੀ ਨਹੀਂ ਉਤਰ ਰਹੀ। ਮੀਟਿੰਗਾਂ ਜ਼ਰੂਰ ਦਿੱਤੀ ਜਾਂਦੀਆਂ, ਲੇਕਿਨ ਮੀਟਿੰਗਾਂ 'ਚ ਹੱਲ ਨਾ ਹੋਣ ਕਾਰਨ ਦੁਬਾਰਾ ਫੇਰ ਸੰਘਰਸ਼ ਦਾ ਜਿਹੜਾ ਰਸਤਾ ਹੈ ਅਧਿਆਪਕਾਂ ਨੂੰ ਚੁਣਨਾ ਪੈਂਦਾ ਹੈ। ਜੀ ਅਵਤਾਰ ਹੈਪੀ ਜੀ। ਅਵਿਨਾਸ਼ ਜੀ, ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਬੇਰੁਜ਼ਗਾਰ ਟੀਚਰਾਂ ਦੀ ਗੱਲ ਕਰਦੇ, ਜਿਵੇਂ ਕਿ ਸੜਕਾਂ ਦੇ ਉੱਪਰ ਟੀਚਰ ਆਏ ਹੋਏ ਨੇ, ਇੱਕ ਗੱਲ ਨਹੀਂ, ਜਿਵੇਂ ਕਿ ਆਪਾਂ ETT ਟੀਚਰਾਂ ਦੀ ਗੱਲ ਕਰ ਲਈਏ ਜਾਂ ਕੰਪਿਊਟਰ ਟੀਚਰਾਂ ਦੀ ਗੱਲ ਕਰ ਲਈਏ ਜਾਂ ਹੋਰ ਵੀ ਜਿਹੜੇ ਵੀ ਟੀਚਰ ਵਿੱਚ ਹੋਰ ਹੈਗੇ ਨੇ, ਉਹ ਤਕਰੀਬਨ ਸਾਰੇ ਹੀ ਸੜਕਾਂ ਦੇ ਉੱਪਰ ਉਤਰੇ ਹੋਏ ਨੇ। ਕਿਉਂ ਅੱਜ ਤੇ ਨਹੀਂ ਹੈਗਾ, ਇਹਨਾਂ ਨੂੰ ਘੱਟੋ ਘੱਟ ਜਦ ਦੀ ਸਰਕਾਰ ਬਣੀ, ਇਹਨਾਂ ਨੇ ਜਦੋਂ ਵਾਅਦੇ ਕੀਤੇ ਸੀ ਵੀ ਆਉਂਦੇ ਸਾਲ ਸਰਕਾਰ ਦੀ ਪਹਿਲੀ ਕੈਬਨਿਟ ਦੇ ਵਿੱਚ ਜਿਹੜੇ ਕਿ ਕੱਚੇ ਟੀਚਰ ਨੇ ਜਾਂ ਹੋਰ ਵਰਗ ਕਈ ਹੈਗੇ ਨੇ, ਜਿਹੜੇ ਕਈਆਂ ਨੂੰ ਆਪਾਂ ਵੀ ਹੋਰ ਡਿਪਾਰਟਮੈਂਟ ਵਿੱਚ ਪੱਕਾ ਹੀ ਕਰਨਾ ਸੀ, ਉਹ ਕਿਸੇ ਨੂੰ ਪੱਕਾ ਨਹੀਂ ਕੀਤਾ ਗਿਆ। 4.5 ਸਾਲ ਇਹਨਾਂ ਨੇ ਇਸ ਤਰ੍ਹਾਂ ਹੀ ਕੱਢ ਦਿੱਤੇ ਗਏ, ਜੋ ਕਿ ਪਟਿਆਲੇ ਸ਼ਹਿਰ ਦੇ ਵਿੱਚ ਆਪਾਂ ਤੁਸੀਂ ਗੱਲ ਕਰਦੇ ਵੀ ਆਪਾਂ ਜਿਵੇਂ ਬੱਸ ਸਟੈਂਡ ਚੌਂਕ ਦੇ ਵਿੱਚ ਕੱਲ ਧਰਨਾ ਲਗਾਇਆ ਗਿਆ ਸੀ ਕੰਪਿਊਟਰ ਟੀਚਰਾਂ ਵੱਲੋਂ, ਤੇ ਜਿਵੇਂ ਕਿ ਕੋਈ ਦੂਜੇ ਟੀਚਰਾਂ ਨੇ ਜੇ ਗੱਲ 'ਚ ਟਾਇਰ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਕਰਨ ਕੀ ਟੀਚਰ ਵਿਚਾਰੇ ਜਿਨ੍ਹਾਂ ਨੇ ਘਰਦਿਆਂ ਨੇ ਉਹਨਾਂ ਨੇ ਇੰਨੇ ਪੈਸੇ ਲਗਾ ਕੇ ਉਹਨਾਂ ਦੀ ਕੁਆਲੀਫਿਕੇਸ਼ਨ ਕਰਾਈ, ਉਹ ਪੜ੍ਹਾਇਆ ਲਿਖਾਇਆ ਪਤਾ ਨਹੀਂ ਕਿਵੇਂ, ਕਿਸੇ ਨੇ ਕਰਜ਼ੇ ਚੱਕੇ, ਕਿਸੇ ਨੇ ਲੋਨ ਲਿਆ ਤੇ ਆਪਣੇ ਬੱਚੇ ਨੂੰ ਪੜ੍ਹਾ ਕੇ ਉਹਨਾਂ ਨੇ ਜਦੋਂ ਟੀਚਰ ਸਿਲੈਕਟ ਹੋ ਗਏ, ਕੱਲ ਉਹਨਾਂ ਦੀ ਉਮੀਦ ਇਹ ਜਾਗੀ ਸੀ ਵੀ ਚਲੋ ਅੱਜ ਅਸੀਂ ਕੱਚੇ ਤੌਰ ਤੇ ਲੱਗੇ ਤੇ ਕੱਲ ਨੂੰ ਸਰਕਾਰ ਸਾਨੂੰ ਰੈਗੂਲਰ ਕਰੇਗੀ। ਤੇ ਜਿਵੇਂ ਕਿ ਹੁਣ ਟੀਚਰਾਂ ਨੂੰ ਇਹ ਨਹੀਂ ਲੱਗਦਾ ਪਿਆ ਵੀ ਹਾਂ ਵੀ ਸਾਡਾ ਭਵਿੱਖ ਸਿਕਿਉਰ ਹੈਗਾ ਜਾਂ ਸਾਨੂੰ ਸਰਕਾਰ ਪੱਕੇ ਅੱਗੇ ਕਰੇਗੀ, ਤੇ ਇਸ ਕਰਕੇ ਸਰਕਾਰ ਤੋਂ ਆਪਣੀ ਮੰਗਾਂ ਮਨਵਾਉਣ ਕਰਕੇ ਇਹਨਾਂ ਨੂੰ ਟੀਚਰਾਂ ਨੂੰ ਰੋਡ ਦੇ ਉੱਪਰ ਸੜਕਾਂ ਦੇ ਉੱਪਰ ਆਉਣਾ ਪੈ ਰਿਹਾ ਹੈ। ਲੇਕਿਨ ਟਾਈਮ ਸਿਰਫ 3 ਮਹੀਨੇ ਰਹਿ ਗਏ ਨੇ। ਸਰਕਾਰ ਨੇ ਇੱਕ ਵੀ ਵਾਅਦਾ ਜੋ ਕਿ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ 3 ਮਹੀਨੇ ਤੁਹਾਡੇ ਲਾਸਟ ਰਹਿ ਗਿਆ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵਰਗ ਵਾਸਤੇ ਤੇ ਕੁਝ ਆਪਾਂ ਕਰ ਚੱਲੀਏ ਵੀ ਜਾਂਦੇ ਜਾਂਦੇ ਘੱਟੋ ਘੱਟ ਇਹ ਤੇ ਕਹਿਣ ਜੋਗੇ ਨਾ, ਕੱਲ ਨੂੰ ਜਦੋਂ ਕਿਤੇ ਫਿਰ ਡਿਬੇਟਾਂ ਦੇ ਵਿੱਚ ਬੈਠਣਗੇ ਸਾਹਮਣੇ ਤੇ ਘੱਟੋ ਜੇ ਤੁਸੀਂ ਵਿਰੋਧੀ ਦਲ ਇਹਨਾਂ ਜਦੋਂ ਸਵਾਲ ਪੁੱਛਣਗੇ ਇਹਨਾਂ ਤੇ ਕਹਿ ਦੇਣਗੇ ਨਾ ਵੀ ਅਸੀਂ ਇਸ ਟੀਚਰਾਂ ਨੂੰ ਜਾਂ ਕਿਸੇ ਹੋਰ ਵਰਗ ਨੂੰ ਅਸੀਂ ਜਿਹੜੇ ਕਿ ਕੱਚੇ ਰੱਖੇ ਪੱਕੇ ਕੀਤੇ, ਜਾਂ ਜਿਹੜੇ ਘਰ ਘਰ ਨੌਕਰੀ ਦਾ ਵਾਅਦਾ ਕਿਹਾ ਸੀਗਾ, ਜਾਂ ਕੋਈ ਵੀ ਵਾਅਦੇ ਤੇ ਅਣਗਿਣਤ ਸੀਗੇ, ਜੇ ਆਪਾਂ ਗਿਣਾਉਣ ਲੱਗੀਏ ਤੇ ਸਾਰੀ ਡਿਬੇਟ ਖਤਮ ਹੋਣੀ, ਲੇਕਿਨ ਵਾਅਦੇ ਪੂਰੇ ਗਿਣਾਏ ਨਹੀਂ ਜਾਣੇ ਤੇ ਉਹਨਾਂ 'ਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਵੇਂ ਕਿ ਟੀਚਰਾਂ ਦੀ ਗੱਲ ਕਰੀਏ, ਜਿਵੇਂ ਕਿ ਟੀਚਰ ਕਦੀ ਕੋਈ ਉਹਦੇ ਉੱਪਰ ਟਾਵਰਾਂ ਚੜ ਜਾਂਦੇ ਨੇ, ਕਦੀ ਕੋਈ ਨਹਿਰਾਂ 'ਚ ਛਾਲ ਮਾਰਦੇ ਨੇ, ਕਿਉਂਕਿ ਜਦੋਂ ਆਪਾਂ ਇੱਕ ਆਪਣੇ ਬੱਚੇ ਨੂੰ ਪੜ੍ਹਾਉਂਦੇ ਅੱਜ, ਜਿਵੇਂ ਕਿ ਇਹ ਵੀ ਟੀਚਰ ਦੇ ਆਪਣੇ ਮਾਂ ਬਾਪ ਨੇ ਪੜ੍ਹਾਇਆ ਸੀ, ਇਹਨਾਂ ਨੂੰ ਕਿਸੇ ਇਸ ਕਾਬਲ ਕਰ ਦਈਏ ਵੀ ਕੱਲ ਨੂੰ ਆਪਣੇ ਪੈਰਾਂ ਸਟੈਂਡ ਹੋ ਜਾਣ। ਤੇ ਜਿਵੇਂ ਕਿ ਹੁਣ ਅਸੀਂ ਆਪਣੇ ਬੱਚਿਆਂ ਦੀ ਗੱਲ ਕਰਦੇ ਹਾਂ ਵੀ ਅਸੀਂ ਬੱਚੇ ਆਪਣੇ ਵਧੀਆ ਪੜ੍ਹਾਈ ਲਿਖਾਈ ਕਰਾਉਂਦੇ ਹਾਂ ਵੀ ਹਾਂ ਵੀ ਵਧੀਆ ਟੀਚਰ, ਜਿਵੇਂ ਕਿ ਇਹ ਹੈਗਾ ਭਵਿੱਖ ਸਾਡੇ ਬੱਚਿਆਂ ਨੂੰ ਟੀਚਰਾਂ ਨੇ ਪੜ੍ਹਾਉਣਾ, ਤੇ ਇਹਨਾਂ ਦੇ ਟੀਚਰਾਂ ਦੇ ਹੱਥ ਸਾਡੇ ਅੱਜ ਪੰਜਾਬ ਦਾ, ਸਾਡੇ ਦੇਸ਼ ਦਾ ਭਵਿੱਖ ਹੈਗਾ, ਜੋ ਸਾਡੇ ਬੱਚੇ ਆਪਾਂ ਸੋਚ ਰੱਖਦੇ ਹਾਂ ਵੀ ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ।
ਜਦੋਂ ਕਿ ਜਿਹੜੇ ਸਿੱਖਿਆ ਜਿਨ੍ਹਾਂ ਨੇ ਦੇਣੀ ਟੀਚਰਾਂ ਨੂੰ, ਅਗਰ ਉਹ ਸੜਕਾਂ ਤੇ ਤਾਂ ਮਾਰੇ ਫਿਰਨਗੇ, ਗਲ 'ਚ ਟਾਇਰ ਪਾ ਕੇ ਆਪਣੇ ਆਪ ਨੂੰ ਜਲਾਉਣ ਦੀ ਕੋਸ਼ਿਸ਼ ਕਰਨਗੇ, ਬਲਕਿ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਜਿਹੜੇ ਸਾਡੇ ਬੱਚੇ ਨੇ ਜਿਨ੍ਹਾਂ ਦਾ ਅਸੀਂ ਵਾਸਤੇ ਸਾਰਾ ਕੁਝ ਕਰਦੇ ਹਾਂ, ਤੇ ਉਹਨਾਂ ਤੇ ਕੀ ਅਸਰ ਜਾਏਗਾ ਵੀ ਕੱਲ ਨੂੰ ਜੋ ਜਿਹੜੇ ਪੜ੍ਹ ਲਿਖ ਕੇ ਟੀਚਰ ਲੱਗੇ ਹੋਏ ਨੇ, ਜਿਨ੍ਹਾਂ ਨੇ ਸਾਨੂੰ ਪੜ੍ਹਾਉਣਾ, ਸਾਡੇ ਬੱਚਿਆਂ ਨੂੰ ਪੜ੍ਹਾਉਣਾ ਹੈ, ਤੇ ਉਹਨਾਂ ਦੇ ਦਿਮਾਗ ਤੇ ਕੀ ਅਸਰ ਜਾਏਗਾ ਵੀ ਅੱਜ ਸਰਕਾਰ, ਸਾਡੇ ਜਿਹੜੇ ਟੀਚਰ ਨੇ ਉਹ ਵਿਚਾਰੇ ਬੇਰੋਜ਼ਗਾਰ ਇੱਕ ਹਿਸਾਬ ਦੇ ਹੋਏ ਫਿਰਦੇ, ਸੜਕਾਂ ਧੱਕੇ ਖਾ ਰਹੇ ਨੇ, ਤੇ ਸਾਡਾ ਕੱਲ ਨੂੰ ਕੀ ਭਵਿੱਖ ਹੋਏਗਾ। ਸਰਕਾਰ ਨੂੰ ਬਹਾਨੇ ਬਣਾਉਣ ਵਾਸਤੇ ਕਲੈਰੀਫਿਕੇਸ਼ਨ ਸਰਕਾਰ ਬਹੁਤ ਦੇ ਸਕਦੀ ਹੈ, ਲੇਕਿਨ ਅਗਰ ਸਰਕਾਰ ਚਾਹੇ, ਸਰਕਾਰ ਤੋਂ ਉੱਪਰ ਕੁਝ ਨਹੀਂ ਹੁੰਦਾ, ਸਰਕਾਰ ਪਾਵਰਫੁਲ ਹੁੰਦੀ, ਸਰਕਾਰ ਦੇ ਹੱਥ ਸਾਰਾ ਕੁਝ ਹੁੰਦਾ ਹੈ, ਸਰਕਾਰ ਨੇ ਕਿਸੇ ਨੂੰ ਪੁੱਛਣ ਨਹੀਂ ਜਾਣਾ ਹੁੰਦਾ। ਸਰਕਾਰ ਅਗਰ ਚਾਹੇ ਤੇ ਇੱਕ ਦਿਨ ਦੇ ਵਿੱਚ ਇਹ ਟੀਚਰ ਪੱਕੇ ਵੀ ਹੋ ਤੇ ਇੱਕ ਦਿਨ ਦੇ ਵਿੱਚ ਸਾਰਾ ਕੁਝ ਕਰ ਸਕਦੇ ਨੇ, ਲੇਕਿਨ ਸਰਕਾਰ ਦੀ ਅਗਰ ਨੀਅਤ ਹੋਵੇ ਪੱਕੇ ਕਰਨ ਦੀ, ਆਪਾਂ ਕਈ ਵਾਰ ਕਹਿੰਦੇ ਜੀ ਕੋਰਟ 'ਚ ਜੇ ਮੈਟਰ ਜੀ ਕੋਰਟ 'ਚ ਹੋਇਆ ਪਿਆ, ਕੋਰਟ 'ਚ ਆਇਆ ਪਿਆ, ਇਹ ਗੱਲਾਂ ਕਹਿਣ ਦੀ ਇੱਕ ਬਹਾਨਾ ਹੁੰਦਾ ਹੈ, ਕਿਉਂਕਿ ਕੋਰਟ ਦੇ ਵਿੱਚ ਵੀ ਅਗਰ ਟੀਚਰ ਕੋਈ ਗਏ ਸਨ ਤੇ ਉਹਨਾਂ ਵਾਸਤੇ ਵੀ ਕੋਈ ਨਜਾਇਜ਼ ਹੋਇਆ ਸੀਗਾ, ਉਹ ਤਾਂ ਕੋਰਟ 'ਚ ਗਏ, ਕਿਉਂਕਿ ਜਿਹੜੇ ਸਿਫਾਰਸ਼ੀ ਹੁੰਦੇ ਨੇ, ਕਈ ਵਾਰੀ ਸਿਫਾਰਸ਼ੀ ਸਰਕਾਰ ਦੇ ਸਿਫਾਰਸ਼ੀ ਚਹੇਤੇ ਮੰਤਰੀਆਂ ਚਹੇਤੀ ਜਿਨ੍ਹਾਂ ਦੀ ਹੱਕ ਬਣਦਾ ਉਹ ਟੀਚਰ ਪਿੱਛੇ ਰਹਿ ਜਾਂਦੇ ਨੇ, ਜਿਹੜੇ ਦੂਜੇ ਹੁੰਦੇ ਜਿਹਨਾਂ ਦਾ ਹੱਕ ਨਹੀਂ ਬਣਦਾ ਜਾਂ ਉਹ ਯੋਗਤਾ ਉਹਨਾਂ ਦੀ ਉਸ ਕਾਬਲ ਨਹੀਂ ਹੁੰਦੀ ਜੋ ਉਹਨਾਂ ਨੂੰ ਚਾਹੀਦੀ, ਜਿਹੜੀ ਦੂਜੀ ਯੋਗਤਾ ਹੁੰਦੀ ਹੈ ਉਹ ਪਿੱਛੇ ਰਹਿੰਦੇ, ਫਿਰ ਉਹ ਕੋਰਟ ਦਾ ਰੁਖ ਕਰਦੇ ਨੇ, ਕਿਉਂਕਿ ਸਰਕਾਰ ਨੂੰ ਸੁਣਵਾਈ ਨਹੀਂ ਕਰਦੀ, ਫਿਰ ਕੋਰਟ 'ਚ ਰਿਟ ਪਾਉਂਦੇ ਨੇ, ਉਹਦੇ ਕਰਕੇ ਇੱਕ ਬੰਦੇ ਕਰਕੇ ਤੇ ਸਾਰੇ ਟੀਚਰ ਤਕਰੀਬਨ ਜਿਹੜੇ ਆਪਾਂ ਕੰਪਿਊਟਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਜੁੜੇ ਹੋਏ ਨੇ ਪ੍ਰੈਜ਼ੀਡੈਂਟ ਹਨੀ ਗਰਗ, ਉਹਨਾਂ ਤੋਂ ਵੀ ਜਵਾਬ ਲੈ ਲੈਣੇ ਆ। ਹਨੀ ਗਰਗ ਜੀ, ਅੱਗੇ ਕੀ ਕੁਝ ਰਣਨੀਤੀ ਹੈ ਜਿਹੜੀ ਅਧਿਆਪਕਾਂ ਵੱਲੋਂ ਤਿਆਰ ਕੀਤੀ ਗਈ ਹੈ? ਅਵਿਨਾਸ਼ ਜੀ, ਮੈਂ ਕਹਿਣਾ ਚਾਹਾਂਗਾ ਜੀ, ਕਾਂਗਰਸ ਦੇ ਬੁਲਾਰੇ ਵੱਲੋਂ ਗੱਲ ਕਹੀ ਹੈ ਕਿ ਸਿੱਖਿਆ ਵਿਭਾਗ 'ਚ ਮਰਜ ਕਰਨ 'ਚ ਕਈ ਪਾਲਿਸੀਆਂ ਦੀ ਗੱਲ ਕਰ ਰਹੇ ਨੇ, ਪਰ ਮੈਂ ਇਹ ਕਹਿਣਾ ਚਾਹਾਂਗਾ ਜਿਹੜਾ ਸਾਨੂੰ ਸਾਡੇ ਨੋਟੀਫਿਕੇਸ਼ਨ ਦੇ ਵਿੱਚ ਨਿਯੁਕਤੀ ਪੱਤਰਾਂ ਦੇ ਵਿੱਚ ਲਿਖ ਕੇ ਦਿੱਤਾ ਹੈ ਉਹ ਤਾਂ ਘੱਟੋ ਘੱਟ ਪੂਰਾ ਕਰੋ। ਉਹਦੇ ਵੀ 10 ਸਾਲ ਪੂਰੇ ਹੋ ਗਏ, ਹੁਣ ਤੱਕ ਇਹ ਨੋਟੀਫਿਕੇਸ਼ਨ ਅੱਜ ਤੱਕ ਲਾਗੂ ਨਹੀਂ ਹੋਏ ਹੈਗੇ, ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਮੈਂ ਦੱਸਿਆ ਤੁਹਾਨੂੰ, ਪ੍ਰਿੰਸੀਪਲ ਸੈਕਟਰੀ ਨੇ ਆਪ ਮੰਨਿਆ ਕਿ ਜਿਹੜੇ ਨਿਯੁਕਤੀ ਪੱਤਰ ਨੇ ਉਹਦੇ ਵਿੱਚ ਜਿਹੜੇ ਬੈਨੀਫਿਟ ਨੇ ਉਹ ਦੇਣੇ ਬਣਦੇ ਨੇ, ਪਰ ਸਰਕਾਰ ਹੁਣ ਵੀ ਫਾਈਨਾਂਸ ਦੇ ਵਿੱਚ ਇਹ ਅੜਿੱਕਾ ਲਾ ਕੇ ਬੈਠੀ ਹੈ ਕਿ ਅਸੀਂ ਇਹਨਾਂ ਨੂੰ ਬੈਨੀਫਿਟ ਦੇ ਨਹੀਂ ਸਕਦੇ ਹੈਗੇ। ਘੱਟੋ ਘੱਟ ਲਿਖਤੀ ਮੰਗਾਂ ਤਾਂ ਸਾਡੀਆਂ ਪੂਰੀਆਂ ਕਰਨ, ਜਿਹੜੇ ਸਰਕਾਰ ਨੇ ਆਪ ਦਿੱਤੇ ਨੇ। ਮਾਨਯੋਗ ਰਾਜਪਾਲ ਜੀ ਦਾ ਨੋਟੀਫਿਕੇਸ਼ਨ ਹੈ, ਤੇ ਰਾਜਪਾਲ ਜੀ ਦਾ ਵੀ ਜਿਹੜਾ ਨੋਟੀਫਿਕੇਸ਼ਨ ਹੈ ਉਹ ਇੱਕ ਸੰਵਿਧਾਨਿਕ ਪੱਤਰ ਬਣ ਜਾਂਦਾ ਹੈ, ਇਹ ਤਾਂ ਸੰਵਿਧਾਨ ਨੂੰ ਵੀ ਚੈਲੰਜ ਕਰ ਰਹੇ ਨੇ। ਸਾਡੀ ਜਿਹੜੀ ਰਣਨੀਤੀ ਹੈ, ਅਸੀਂ ਪਹਿਲਾਂ ਵੀ ਪਟਿਆਲੇ ਧਰਨਾ ਲਾਇਆ ਹੈ, ਕੱਲ ਵੀ ਧਰਨਾ ਲਾਇਆ ਸੀ, ਤੇ ਜੇ ਸਾਡੀ ਜਿਹੜੀ ਮੀਟਿੰਗ ਦੇ ਵਿੱਚ ਹੱਲ ਨਹੀਂ ਨਿਕਲਦਾ, ਅਸੀਂ ਪੱਕਾ ਧਰਨਾ ਪਟਿਆਲੇ ਦੇ ਵਿੱਚ ਲਾਵਾਂਗੇ, ਤੇ ਸਰਕਾਰ ਦੀ ਜਿਹੜੀਆਂ ਆਉਣ ਵਾਲੀਆਂ ਰੈਲੀਆਂ ਦੇ ਉਹਦੇ ਆਵਾਜ਼ ਦੀ ਟੈਕਨੀਕਲ ਪ੍ਰੋਬਲਮ ਹੈ ਮੈਨੂੰ ਲੱਗਦਾ। ਚਲੋ ਅਭਿਨਵ ਕੋਹਲੀ ਜੀ ਨਾਲ ਆਪਾਂ ਗੱਲ ਕਰ ਲੈਂਦੇ ਹਾਂ। ਅਭਿਨਵ ਕੋਹਲੀ ਜੀ, ਆਵਾਜ਼ ਆ ਰਹੀ ਹੈ? ਜੀ ਸਰ, ਆ ਰਹੀ ਹੈ ਸਰ। ਹੱਲ ਕਿੱਦਾਂ ਹੋਏਗਾ ਅਭਿਨਵ ਕੋਹਲੀ ਜੀ? ਕਿਤੇ ਨਾ ਕਿਤੇ ਕੱਲ ਵੀ ਤੁਸੀਂ ਵੀ ਦੇਖੀਆਂ ਹੋਣੀਆਂ ਤਸਵੀਰਾਂ, ਗਲੇ 'ਚ ਟਾਇਰ ਪਾ ਕੇ ਜਿੱਦਾਂ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਇਹ ਤਾਂ ਪੁਲਿਸ ਮੌਕੇ ਤੇ ਮੌਜੂਦ ਸੀ, ਪੁਲਿਸ ਨੇ ਗਲੇ 'ਚੋਂ ਟਾਇਰ ਕੱਟਿਆ, ਠੀਕ ਆ, ਹੱਥਾਂ 'ਚੋਂ ਲੈਟਰ ਖੋਏ। ਹੋ ਸਕਦਾ ਕੋਈ ਵੱਡੀ ਘਟਨਾ ਹੋ ਜਾਂਦੀ, ਲੇਕਿਨ ਪੁਲਿਸ, ਸ਼ਾਬਾਸ਼ੀ ਪੁਲਿਸ ਦੀ ਹੈ, ਪੁਲਿਸ ਵੱਲੋਂ ਟਾਇਰ ਕੱਢ ਲਿੱਤੇ ਗਏ। ਨਹੀਂ ਤਾਂ ਕੱਲ ਟੀਚਰ ਦਿਵਸ ਦੇ ਦਿਨ ਜਿਹੜਾ ਰੋਸ ਪ੍ਰਦਰਸ਼ਨ ਸੀ, ਜਿੱਦਾਂ ਕਿ ਟਾਇਰ ਪਾ ਕੇ ਪ੍ਰਦਰਸ਼ਨ ਕੀਤਾ ਗਿਆ, ਬੜੀ ਮਾੜੀ ਗੱਲ ਹੈਗੀ ਹੈ। ਲੇਕਿਨ ਦੂਜੇ ਪਾਸੇ ਹੱਲ, ਕਿਉਂਕਿ ਹੱਲ ਤਾਂ ਕੱਢਣਾ ਹੀ ਪੈਣਾ। ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ ਘਰ ਘਰ ਰੋਜ਼ਗਾਰ ਦੇ, ਹਰੇਕ ਨੂੰ ਰੈਗੂਲਰ ਭਰਤੀ ਕਰਨ ਦੇ। ਜੇ ਰੈਗੂਲਰ ਭਰਤੀ ਨਹੀਂ ਕੀਤਾ ਗਿਆ ਤਾਂ ਹੀ ਇਹ ਜਿਹੜੇ ਬੇਰੋਜ਼ਗਾਰ ਅਧਿਆਪਕ ਨੇ ਰੈਗੂਲਰ ਭਰਤੀ ਦੀ ਮੰਗ ਕਰ ਰਹੇ ਨੇ, ਸਿੱਖਿਆ ਵਿਭਾਗ ਦੇ ਅਧੀਨ ਕਰਨ ਦੀ ਗੱਲ ਕਰ ਰਹੇ ਨੇ, ਉਹਨਾਂ ਪ੍ਰਦਰਸ਼ਨ ਕਰ ਰਹੇ ਨੇ। ਕੀ ਲੱਗਦਾ ਹੱਲ ਹੋ ਜਾਊਗਾ ਜੀ? ਮੀਟਿੰਗਾਂ ਤਾਂ ਦੇ ਹੀ ਜਾਂਦੇ, ਮੀਟਿੰਗਾਂ, ਇਹ ਹੱਲ ਕਦ ਹੋਊਗਾ ਅਭਿਨਵ ਕੋਹਲੀ ਜੀ? ਅਵਿਨਾਸ਼ ਜੀ, ਜਿਹੜੇ ਹਨੀ ਗਰਗ ਜੀ ਲੈਟਰ ਲੈ ਕੇ ਬੈਠੇ ਨੇ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਵੀ ਡਿਊਟੀਆਂ ਕੀਤੀਆਂ ਨੇ, ਇਹਨਾਂ ਨੇ ਕੋਵਿਡ ਦੇ ਵਿੱਚ ਵੀ ਡਿਊਟੀਆਂ ਕੀਤੀਆਂ ਨੇ, ਤਨਖਾਹ ਤੇ ਇਹਨਾਂ ਦਾ ਹੱਕ ਹੈ, ਮੈਡੀਕਲ ਛੁੱਟੀਆਂ ਤੇ ਇਹਨਾਂ ਦਾ ਹੱਕ ਹੈ, ਤੇ ਮੈਂ ਸਮਝਦਾ ਕਿ ਰੈਗੂਲਰ ਨੂੰ ਇੱਕ ਵਾਰ ਪਿੱਛੇ ਛੱਡ ਕੇ ਇਹ ਮੰਗਾਂ ਨੇ ਇਹ ਪਹਿਲਾਂ ਪੂਰੀਆਂ ਕਰੀਆਂ ਜਾ ਸਕਦੀਆਂ ਨੇ ਤੇ ਕਰੀਆਂ ਜਾਣੀਆਂ ਚਾਹੀਦੀਆਂ ਨੇ। ਤੇ ਦੂਜੀ ਗੱਲ ਜਿਹੜੀ ਆਪਾਂ ਰੈਗੂਲਰ ਕਰਨ ਦੀ ਗੱਲ ਕਰਦੇ ਆ, ਅਵਤਾਰ ਸਿੰਘ ਹੈਪੀ ਜੀ ਨੇ ਗੱਲ ਕੀਤੀ ਜਾਂ ਜੇਪੀ ਸਿੰਘ ਜੀ ਨੇ ਗੱਲ ਕੀਤੀ। ਹੈਪੀ ਜੀ ਨੂੰ ਇੱਕ ਸਵਾਲ ਹੈ ਤੇ ਜੇਪੀ ਜੀ ਨੂੰ ਇੱਕ ਸਵਾਲ ਹੈ ਵੀ ਹੈਪੀ ਜੀ 2011 ਤੋਂ 21 ਤੱਕ 6 ਸਾਲ ਤੁਹਾਡੀ ਸਰਕਾਰ ਸੀ, ਜੇ ਸਰਕਾਰ ਇੰਨੀ ਤਾਕਤਵਰ ਹੁੰਦੀ ਹੈ ਤੁਸੀਂ ਕਿਉਂ ਰੈਗੂਲਰ ਕੀਤਾ? ਦੂਜਾ ਸਵਾਲ ਮੇਰਾ ਜੇਪੀ ਜੀ ਨੂੰ ਕਿ ਸਰ ਅਭਿਨਵ ਕੋਹਲੀ ਜੀ, ਇਹ ਤਾਂ ਆਪਾਂ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਆ ਵੀ ਉਹਨਾਂ ਅਵਿਨਾਸ਼ ਜੀ ਮੇਰੀ ਬੇਨਤੀ, ਅਵਿਨਾਸ਼ ਜੀ ਸਵਾਲ, ਅਵਿਨਾਸ਼ ਜੀ ਮੇਰੀ ਬੇਨਤੀ, ਅਵਿਨਾਸ਼ ਜੀ ਮੇਰੇ ਅਵਿਨਾਸ਼ ਜੀ ਮੇਰੇ ਟਾਈਮ ਦੇ ਵਿੱਚ ਐਟਲੀਸਟ ਮੇਰੀ ਗੱਲ ਪੂਰੀ ਹੋ ਲੈਣ ਦਿਓ ਨਾ।
ਮੇਰਾ ਸਵਾਲ ਇਹ ਹੈ ਕਿ ਅਗਰ ਰੈਗੂਲਰ ਕਰਨਾ ਸਟੇਟ ਗਵਰਨਮੈਂਟ ਦੀ ਪਾਵਰ ਤਾਂ 2017 ਦੇ ਵਿੱਚ 15000 ਵਰਕਰ ਦਿੱਲੀ ਗਵਰਨਮੈਂਟ ਪੱਕੇ ਕਰਦੀ ਸੀ। 2019 ਦੇ ਵਿੱਚ ਇਹ ਕਿਉਂ ਨਿਬੇੜਾ ਕੀਤਾ ਇਹਨਾਂ ਨੇ ਕਿ ਉਹ ਜਦੋਂ ਤੱਕ 60 ਸਾਲ ਦੇ ਹੁੰਦੇ ਸਿਰਫ ਉਹ ਨੌਕਰੀ ਕਰ ਸਕਦੇ, ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਹਨਾਂ ਨੂੰ ਬੈਨੀਫਿਟ ਕੀ ਦਿੱਤਾ ਗਿਆ ਕਿ ਜਿਹੜੇ ਕੰਟਰੈਕਚੁਅਲ ਵਰਕਰ ਹੈ, ਕੰਟਰੈਕਟ ਤੇ ਹੈ, ਉਹ 60 ਸਾਲ ਤੱਕ ਜੌਬ ਕਰ ਸਕਦੇ ਹਨ ਦਿੱਲੀ ਗਵਰਨਮੈਂਟ ਦੇ ਵਿੱਚ, ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ। ਅਗਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਰਕਾਰ ਦੀ ਪਾਵਰ ਹੈ ਕੋਰਟ ਦੇ ਆਰਡਰ ਨੂੰ ਓਵਰਪਾਸ ਕਰਨ ਦੀ ਕਿ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾ ਸਕਦਾ, 6 ਸਾਲ ਅਕਾਲੀ ਦਲ ਨੇ ਕਿਉਂ ਨਹੀਂ ਕੀਤਾ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਉਂ ਨਹੀਂ ਕੀਤਾ? ਅਗਰ ਅੜਿੱਕਾ ਹੈ ਫਿਰ ਇਹ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਿਹਾ ਪੰਜਾਬ ਦੇ ਵਿੱਚ? ਅਮਿਤ ਕੋਲੀ ਜੀ, ਮੇਰਾ ਤਾਂ ਸਵਾਲ ਇੱਕ ਛੋਟਾ ਜਿਹਾ ਹੈਗਾ, ਜਦ ਆਪਾਂ ਰੈਗੂਲਰ ਨਹੀਂ ਕਰ ਸਕਦੇ ਸੀ ਤਾਂ ਸਰਕਾਰ ਬਣਾਉਣ ਤੋਂ ਪਹਿਲਾਂ ਕਿਉਂ ਵਾਅਦਾ ਕੀਤਾ ਗਿਆ ਹਰੇਕ ਨੂੰ ਰੈਗੂਲਰ? ਜਿੰਨੇ ਵੀ ਅਵਿਨਾਸ਼ ਜੀ, ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ 2018 ਦੇ ਵਿੱਚ ਆਇਆ। ਭੁਪਿੰਦਰ ਹੁੱਡਾ ਦੀ ਸਰਕਾਰ ਉੱਥੇ ਰੈਗੂਲਰਾਈਜ਼ ਕਰ ਰਹੀ ਸੀ, ਸਾਡੀ ਮੈਨੀਫੈਸਟੋ 2016 ਦੇ ਵਿੱਚ ਆਇਆ ਸੀਗਾ। ਤਾਂ ਸਾਨੂੰ ਇਹ ਗੱਲ ਤਾਂ ਸਮਝਣੀ ਚਾਹੀਦੀ ਹੈ ਵੀ 16 ਦਾ ਮੈਨੀਫੈਸਟੋ ਤੇ 18 ਦਾ ਫੈਸਲਾ ਉਹ 2 ਸਾਲ ਬਾਅਦ ਦਾ ਫੈਸਲਾ ਹੈ। ਸਰਕਾਰ ਉਹਨੂੰ ਓਵਰਪਾਸ ਕਿਵੇਂ ਕਰੇਗੀ? ਹੁਣ ਮੇਰੇ ਸਵਾਲਾਂ ਦਾ ਤੁਸੀਂ ਜਵਾਬ ਪਲੀਜ਼ ਹੈਪੀ ਜੀ ਤੋਂ ਤੇ ਜੇਪੀ ਜੀ ਤੋਂ ਲੈ ਲਓ। ਜਿਹੜੀ ਮੀਟਿੰਗ ਆਪਾਂ ਦੇ ਦਿੰਦੇ ਆ, ਲੱਗਦਾ ਨਹੀਂ ਉਹ ਮੀਟਿੰਗਾਂ 'ਚ ਆਪਾਂ ਆਸ਼ਵਾਸਨ ਵਧੀਆ ਨਹੀਂ ਦੇ ਸਕਦੇ, ਜਿਸ ਕਾਰਨ ਦੁਬਾਰਾ ਇਹਨਾਂ ਨੂੰ ਰੋਕ ਕਰਨਾ ਪੈਂਦਾ। ਅਵਿਨਾਸ਼ ਜੀ, ਪਤਾ ਕੀ ਹੈ, ਅਸੀਂ ਕਾਮਨ ਸਵਾਲ ਸੁਣ ਲਓ ਪਹਿਲਾਂ ਪੂਰਾ। ਜਿਹੜੇ ਈਟੀਟੀ ਟੈਟ ਪਾਸ ਸਿਲੈਕਟਡ ਅਧਿਆਪਕ ਯੂਨੀਅਨ ਹੈ, ਜਿਨ੍ਹਾਂ ਨੂੰ ਨਿਯੁਕਤੀ ਪੱਤਰ, ਸਿਰਫ ਨਿਯੁਕਤੀ ਪੱਤਰ ਦੀ ਗੱਲ ਹੈਗੀ, ਉਹਨਾਂ ਨੂੰ ਨਿਯੁਕਤੀ ਪੱਤਰ ਕਿਉਂ ਨਹੀਂ ਦਿੱਤੇ? ਉਹਨਾਂ ਦਾ ਪੱਕਾ ਧਰਨਾ ਜਿਹੜਾ ਹੈਗਾ ਉਹ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੇ ਲੱਗਿਆ ਹੋਇਆ ਹੈ। ਜੀ ਅਵਿਨਾਸ਼ ਜੀ, ਪਹਿਲੀ ਗੱਲ ਤੇ ਅੱਜ ਵੋਕੇਸ਼ਨਲ ਤੇ ਕੰਪਿਊਟਰ ਟੀਚਰਾਂ ਦਾ ਮੁੱਦਾ ਸੀਗਾ, ਪਰ ਦੂਜੀ ਗੱਲ ਤੁਸੀਂ ਈਟੀਟੀ ਟੈਟ ਪਾਸ ਦੀ ਗੱਲ ਕਰਦੇ ਹੋ ਤੇ ਉਸ ਜਿਹੜੀ 18 ਟੀਚਰ ਨੇ ਉਹਨਾਂ ਵੱਲੋਂ ਕੋਰਟ 'ਚ ਕੇਸ ਕੀਤਾ ਗਿਆ, ਸਟੇ ਲੱਗੀ ਹੋਈ ਹੈ। ਸਰ, ਅਗਰ ਓਵਰਪਾਸ ਕਰ ਵੀ ਦਿੱਤਾ ਜਾਂਦਾ ਉਹ ਸੁਪਰੀਮ ਕੋਰਟ ਮੂਵ ਹੋਣਗੇ, ਸੁਪਰੀਮ ਕੋਰਟ 'ਚੋਂ ਫਿਰ ਸਟੇ ਲੱਗ ਜਾਏਗੀ। ਤੁਸੀਂ ਚਾਹੁੰਦੇ ਕਿਉਂ ਵੀ ਅਸੀਂ ਮਤਲਬ ਇੱਕ ਫਾਰਮੈਲਿਟੀ ਕਰ ਦਈਏ? ਗੱਲ ਇਹ ਹੈ ਕਿ ਅਸੀਂ ਇਹਦਾ ਪੱਕਾ ਰਾਹ ਕੱਢਣਾ ਚਾਹੁੰਦੇ ਆ, ਉਹਦੇ ਤੇ ਹੀ ਮੀਟਿੰਗਾਂ ਚੱਲ ਰਹੀਆਂ ਹੈਗੀਆਂ। ਅਗਰ ਸਰਕਾਰ ਦੇ ਕੋਲ ਪਾਵਰ ਹੈ ਤਾਂ 6 ਸਾਲ ਅਕਾਲੀ ਦਲ ਨੇ ਕਿਉਂ ਨਹੀਂ ਕੀਤਾ ਤੇ ਦਿੱਲੀ ਦੇ ਵਿੱਚ 15000 ਵਰਕਰਾਂ ਨੂੰ ਆਮ ਆਦਮੀ ਨੇ ਪੱਕਾ ਕਿਉਂ ਨਹੀਂ ਕੀਤਾ? ਸਿਰਫ ਉਹਨਾਂ ਨੂੰ ਇਹ ਹੱਕ ਕਿਉਂ ਦੇਤੇ ਵੀ ਤੁਸੀਂ 60 ਸਾਲ ਤੱਕ ਕੰਮ ਕਰ ਸਕਦੇ ਹੋ, ਸਿਰਫ ਪਰ ਤੁਹਾਨੂੰ ਪੱਕਾ ਨਹੀਂ ਕੀਤਾ ਜਾ ਸਕਦਾ। ਕੋਹਲੀ ਸਾਹਿਬ, ਘੱਟੋ ਘੱਟ ਸਾਡਾ ਇਹ ਬੇਨਤੀ ਹੈ ਕਿ ਜਿਹੜੇ ਨੋਟੀਫਿਕੇਸ਼ਨ ਸਾਨੂੰ ਦਿੱਤੇ ਆ ਘੱਟੋ ਘੱਟ ਉਹ ਤਾਂ ਪੂਰੇ ਕਰਾਓ ਨਾ। ਨਹੀਂ ਹਨੀ ਜੀ, ਮੈਂ ਤੁਹਾਡੀ ਗੱਲ ਐਗਰੀ, ਮੈਂ ਪਹਿਲੇ ਸੈਂਟੈਂਸ ਤੇ ਤੁਹਾਡੀ ਨਾਲ ਐਗਰੀ ਕਰ ਗਿਆ ਕਿ ਮੈਡੀਕਲ ਲੀਵ, ਤਨਖਾਹਾਂ, ਜਿਹੜੇ ਕੁਝ ਆਈਆਰ ਦਾ ਮੁੱਦਾ ਹੈ, ਆਈਆਰ ਦਾ ਮੁੱਦਾ ਹੈ, ਏਸੀ। ਨਹੀਂ ਬਿਲਕੁਲ ਸਰ, ਤੁਹਾਡੀ ਗੱਲ ਠੀਕ ਹੈ। ਮੈਂ ਹੋਰ ਗੱਲ ਕਲੀਅਰ ਕਰਨੀ ਚਾਹਾਂਗਾ ਕਿ ਜਦੋਂ ਕਿਸੇ ਇੱਕ ਮਿੰਟ ਜਦੋਂ ਕਿਸੇ ਅਧਿਆਪਕ ਨੂੰ ਸਜ਼ਾ ਦੇਣੀ ਹੁੰਦੀ ਹੈ ਉਦੋਂ ਸੀਐਸਆਰ ਰੂਲ ਲਾਗੂ ਹੁੰਦੇ ਨੇ, ਜਦੋਂ ਸਾਨੂੰ ਬੈਨੀਫਿਟ ਦੇਣੇ ਹੁੰਦੇ ਨੇ ਉਦੋਂ ਸੀਐਸਆਰ ਰੈਗੂਲਰ ਨਹੀਂ ਹੈਗੇ। ਇੱਕ ਹੋਰ ਗੱਲ, ਸਾਡੇ 70 ਸਮੇਂ ਦੀ ਘਾਟ ਹੋਣ ਕਾਰਨ ਅੱਜ ਦੀ ਡਿਬੇਟ ਇੱਥੇ ਹੀ ਖਤਮ ਕਰਦੇ ਆ। ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਇੰਡੀਆ ਨਿਊਜ਼। ਧੰਨਵਾਦ, ਸਤਿ ਸ਼੍ਰੀ ਅਕਾਲ। ਜਵਾਬ ਨਹੀਂ ਦੇਣ ਦਿੱਤੇ ਤੁਸੀਂ।